वेलकम स्टूडेंट्स ऑनलाइन एजुकेशन चैनल एडुकेसी एजुकेशन फॉर ऑल ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਸਾਇੰਸ ਦੇ ਚੈਪਟਰ 3 ਅਧਿਆਇ 3 ਸਿੰਥੈਟਿਕ ਫਾਈਬਰਸ ਐਂਡ ਪਲਾਸਟਿਕ ਸੰਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ ਜੋ ਕਿ ਕਲਾਸ 8ਵੀਂ ਦਾ ਹੈ ਇਸ ਦੀਆਂ ਐਕਸਰਸਾਈਜ਼ਸ ਕਰਾਂਗੇ। ਆਓ ਬੱਚਿਓ ਦੇਖਦੇ ਹਾਂ ਇਹ ਕੁਝ ਪ੍ਰਮੁੱਖ ਸ਼ਬਦ ਨੇ ਇੰਪੋਰਟੈਂਟ ਵਰਡਸ ਜਿਹੜੇ ਕਿ ਤੁਸੀਂ ਇਸ ਚੈਪਟਰ ਵਿੱਚ ਪੜ੍ਹੇ ਨੇ। ਤੁਸੀਂ ਦੇਖੋਗੇ ਕਿ ਇੱਥੇ ਇਹਨਾਂ ਦੀ ਇੰਗਲਿਸ਼ ਅਤੇ ਪੰਜਾਬੀ ਜ਼ਿਆਦਾਤਰ ਸ਼ਬਦਾਂ ਦੀ ਸੇਮ ਹੈ। ਇਹ ਤੁਸੀਂ ਪੂਰੇ ਹੀ ਸਾਇੰਸ ਵਿੱਚ ਦੇਖੋਗੇ ਕਿਉਂਕਿ ਸਾਇੰਸ ਵਿੱਚ ਵਰਤੇ ਜਾਣ ਵਾਲੇ ਜ਼ਿਆਦਾਤਰ ਜੋ ਸ਼ਬਦ ਹਨ ਉਹ ਅੰਗਰੇਜ਼ੀ ਦੇ ਹੁੰਦੇ ਹਨ। ਇਸ ਕਰਕੇ ਇਹਨਾਂ ਦੀ ਪੰਜਾਬੀ ਤੇ ਅੰਗਰੇਜ਼ੀ ਸ਼ਬਦ ਜੋ ਹਨ ਇਹ ਇੱਕੋ ਹੁੰਦੇ ਹਨ, ਪਰੰਤੂ ਇੱਥੇ ਤੁਹਾਨੂੰ ਯਾਦ ਕਰਨ ਵਾਲਾ ਕੀ ਹੈ, ਤੁਸੀਂ ਇਹਨਾਂ ਦੇ ਸਪੈਲਿੰਗਸ ਯਾਦ ਕਰੋ। ਇਹ ਲਿਖੇ ਕਿੱਦਾਂ ਜਾਂਦੇ ਹਨ। ਐਕ੍ਰੀਲਿਕ ਕਿੱਦਾਂ ਲਿਖਿਆ ਜਾਂਦਾ ਹੈ? ਐਕ੍ਰੀਲਿਕ ਨੂੰ ਇੰਗਲਿਸ਼ ਵਿੱਚ ਆਪਾਂ ਐਕ੍ਰੀਲਿਕ ਹੀ ਆਖਦੇ ਹਾਂ। बनावटी रेशम, बनावटी का मतलब बनावटी ਦੀ ਇੰਗਲਿਸ਼ ਆਰਟੀਫੀਸ਼ੀਅਲ, ਰੇਸ਼ਮ ਦੀ ਸਿਲਕ। ਸੋ ਇਸ ਨੂੰ ਅਸੀਂ बनावटी ਰੇਸ਼ਮ ਨੂੰ ਅਸੀਂ ਆਖਾਂਗੇ ਆਰਟੀਫੀਸ਼ੀਅਲ ਸਿਲਕ। ਨਾਇਲਨ ਨੂੰ ਨਾਇਲਨ ਹੀ ਕਿਹਾ ਜਾਂਦਾ ਹੈ, ਪਲਾਸਟਿਕ ਨੂੰ ਪਲਾਸਟਿਕ ਹੀ ਕਿਹਾ ਜਾਂਦਾ ਹੈ। ਪੋਲੀਐਸਟਰ ਦੀ ਇੰਗਲਿਸ਼ ਪੋਲੀਐਸਟਰ ਹੀ ਹੁੰਦੀ ਹੈ। ਪੋਲੀਮਰ ਪੋਲੀਮਰ, ਪੋਲੀਥੀਨ ਦੇ ਸਪੈਲਿੰਗ ਥੋੜੇ ਜਿਹੇ ਟਿਪੀਕਲ ਨੇ, ਮੁਸ਼ਕਿਲ ਨੇ, ਇਹ ਤੁਸੀਂ ਯਾਦ ਕਰਨੇ ਨੇ। ਰਿਓਨ ਨੂੰ ਰਿਓਨ ਹੀ ਆਖਾਂਗੇ। ਸੰਸ਼ਲਿਸ਼ਟ ਧਾਗੇ ਇਹਨਾਂ ਨੂੰ ਸਿੰਥੈਟਿਕ ਫਾਈਬਰ ਇੰਗਲਿਸ਼ ਵਿੱਚ ਕੀ ਕਹਾਂਗੇ? ਸਿੰਥੈਟਿਕ ਫਾਈਬਰਸ। ਟੈਰੀਲੀਨ ਨੂੰ ਟੈਰੀਲੀਨ ਹੀ ਕਹਾਂਗੇ। ਥਰਮੋਪਲਾਸਟਿਕ ਦੇ ਸਪੈਲਿੰਗ ਤੁਸੀਂ ਇੱਥੇ ਦੇਖ ਸਕਦੇ ਹੋ। ਥਰਮੋਸੈਟਿੰਗ ਪਲਾਸਟਿਕ, ਇਸ ਦੇ ਸਪੈਲਿੰਗ ਵੀ ਤੁਸੀਂ ਇੱਥੇ ਦੇਖ ਸਕਦੇ ਹੋ, ਜਿਸ ਨੂੰ ਕਿ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਥਰਮੋਪਲਾਸਟਿਕ ਹੀ ਕਿਹਾ ਜਾਂਦਾ ਹੈ। ਸੋ ਆਓ ਬੱਚਿਓ, ਜੋ ਅਗਲਾ ਪਾਰਟ ਹੈ, ਜੋ ਅਗਲਾ ਭਾਗ ਹੈ ਉਹ ਹੈ ਤੁਸੀਂ ਕੀ ਸਿੱਖਿਆ। ਇੰਪੋਰਟੈਂਟ ਪੁਆਇੰਟਸ ਜੋ ਤੁਸੀਂ ਇਸ ਚੈਪਟਰ ਵਿੱਚ ਪੜ੍ਹੇ ਅਤੇ ਸਿੱਖੇ। ਸੰਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ ਪ੍ਰਕਿਰਤਿਕ ਰੇਸ਼ਿਆਂ ਵਾਂਗ ਬਹੁਤ ਜ਼ਿਆਦਾ ਇਕਾਈਆਂ ਤੋਂ ਨਿਰਮਿਤ ਹੁੰਦੇ ਹਨ ਜੋ ਬਹੁਲਕ ਅਖਵਾਉਂਦੇ ਹਨ। ਬਹੁਲਕ ਅਨੇਕ ਛੋਟੀਆਂ ਇਕਾਈਆਂ ਤੋਂ ਨਿਰਮਿਤ ਹੁੰਦੇ ਹਨ, ਜਦੋਂ ਕਿ ਪ੍ਰਕਿਰਤਿਕ ਰੇਸ਼ੇ ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ। ਸੰਸ਼ਲਿਸ਼ਟ ਰੇਸ਼ੇ ਪੈਟਰੋ ਰਸਾਇਣਾਂ ਭਾਵ ਕਿ ਪੈਟਰੋਕੈਮੀਕਲਸ ਦੀਆਂ ਰਸਾਇਣਿਕ ਕਿਰਿਆਵਾਂ ਤੋਂ ਪ੍ਰਾਪਤ ਹੁੰਦੇ ਹਨ। ਪ੍ਰਕਿਰਤਿਕ ਰੇਸ਼ਿਆਂ ਵਾਂਗ ਇਹਨਾਂ ਰੇਸ਼ਿਆਂ ਨੂੰ ਵੀ ਕੱਪੜਿਆਂ ਦੇ ਰੂਪ ਵਿੱਚ ਬੁਣਿਆ ਜਾ ਸਕਦਾ ਹੈ। ਸੋ ਇਹ ਜੋ ਪ੍ਰੋਪਰਟੀ ਹੈ ਇਹ ਪ੍ਰਕਿਰਤਿਕ ਰੇਸ਼ੇ ਅਤੇ ਸੰਸ਼ਲਿਸ਼ਟ ਰੇਸ਼ਿਆਂ ਦੀ ਕਾਮਨ ਪ੍ਰੋਪਰਟੀ ਹੈ ਕਿ ਇਹਨਾਂ ਦੋਹਾਂ ਨੂੰ ਧਾਗਿਆਂ ਵਿੱਚ ਅਤੇ ਬਾਅਦ ਵਿੱਚ ਕੱਪੜਿਆਂ ਵਿੱਚ ਬੁਣਿਆ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਦੋਨਾਂ ਤੋਂ ਬਹੁਤ ਹੀ ਸੁੰਦਰ ਕੱਪੜੇ ਬਣਾਏ ਜਾਂਦੇ ਹਨ। ਸੰਸ਼ਲਿਸ਼ਟ ਰੇਸ਼ਿਆਂ ਦੀ ਵਰਤੋਂ ਘਰੇਲੂ ਵਸਤਾਂ ਜਿਵੇਂ ਕਿ ਰੱਸੇ, ਬਾਲਟੀਆਂ, ਫਰਨੀਚਰ, ਬਰਤਨ ਆਦਿ ਤੋਂ ਲੈ ਕੇ ਹਵਾਈ ਜਹਾਜ਼, ਸਮੁੰਦਰੀ ਜਹਾਜ਼, ਸਪੇਸਕ੍ਰਾਫਟ, ਮੈਡੀਕਲ ਸੇਵਾ ਵਿੱਚ ਵਰਤੇ ਜਾਣ ਵਾਲੇ ਉਪਕਰਨਾਂ ਆਦਿ ਵਿੱਚ ਕੀਤੀ ਜਾਂਦੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਰੇਸ਼ੇ ਜੋ ਸਿੰਥੈਟਿਕ ਫਾਈਬਰਸ ਨੇ ਇਹ ਕਿੰਨੇ ਜ਼ਰੂਰੀ ਨੇ, ਇਹ ਕਿੰਨੇ ਲਾਹੇਵੰਦ ਨੇ ਸਾਡੀ ਜ਼ਿੰਦਗੀ ਵਿੱਚ। ਇਹਨਾਂ ਨਾਲ ਛੋਟੀਆਂ ਚੀਜ਼ਾਂ ਜਿਵੇਂ ਕਿ ਰੱਸੇ, ਬਾਲਟੀਆਂ ਤੋਂ ਲੈ ਕੇ ਸਪੇਸਕ੍ਰਾਫਟ ਤੱਕ ਬਣਾਏ ਜਾਂਦੇ ਹਨ। ਸੰਸ਼ਲਿਸ਼ਟ ਰੇਸ਼ਿਆਂ ਦੀ ਵੱਡੀ ਮਾਤਰਾ ਵਿੱਚ ਨਿਰਮਾਣ ਵਿੱਚ ਵਰਤੇ ਗਏ ਰਸਾਇਣਾਂ ਦੀਆਂ ਕਿਸਮਾਂ ਦੇ ਆਧਾਰ ਤੇ ਇਹਨਾਂ ਨੂੰ ਰਿਆਨ, ਨਾਇਲਨ, ਪੋਲੀਐਸਟਰ ਅਤੇ ਐਕ੍ਰੀਲਿਕ ਨਾਮ ਦਿੱਤੇ ਗਏ ਹਨ। ਸੋ ਇਹ ਜਿਸ ਤਰ੍ਹਾਂ ਦੇ ਅਲੱਗ-ਅਲੱਗ ਰਸਾਇਣਾਂ ਤੋਂ ਤਿਆਰ ਕੀਤੇ ਜਾਂਦੇ ਹਨ, ਉਹਨਾਂ ਦੇ ਆਧਾਰ ਤੇ, ਉਹਨਾਂ ਦੀ ਵਿਸ਼ੇਸ਼ਤਾਵਾਂ ਦੇ ਆਧਾਰ ਤੇ, ਉਹਨਾਂ ਦੀ ਪ੍ਰੋਪਰਟੀਜ਼ ਦੇ ਆਧਾਰ ਤੇ ਇਹਨਾਂ ਨੂੰ ਵੱਖ-ਵੱਖ ਨਾਮ ਦਿੱਤੇ ਗਏ ਹਨ, ਜਿਵੇਂ ਕਿ ਰਿਓਨ, ਨਾਇਲਨ, ਪੋਲੀਐਸਟਰ ਅਤੇ ਐਕ੍ਰੀਲਿਕ। ਨੰਬਰ 5, ਵੱਖ-ਵੱਖ ਕਿਸਮ ਦੇ ਰੇਸ਼ੇ ਆਪਣੀ ਮਜ਼ਬੂਤੀ। ਸੋ ਕਿਉਂਕਿ ਇਹ ਅਲੱਗ-ਅਲੱਗ ਕੈਮੀਕਲਸ ਨਾਲ ਬਣੇ ਹੁੰਦੇ ਆ, ਅਲੱਗ-ਅਲੱਗ ਬੌਂਡਸ ਹੁੰਦੇ ਇਹਨਾਂ 'ਚ, ਅਲੱਗ-ਅਲੱਗ ਬਹੁਲਕ ਹੁੰਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਬਹੁਲਕ ਹੁੰਦੇ ਨੇ। ਇਸ ਕਰਕੇ ਇਹ ਆਪਣੀ ਮਜ਼ਬੂਤੀ, ਪਾਣੀ ਸੋਖਣ ਦੀ ਸਮਰੱਥਾ, ਜਲਨ ਸੁਭਾਅ ਕਿ ਇਹ ਜਲਦੇ ਕਿੱਦਾਂ ਨੇ, ਮੁੱਲ ਅਤੇ ਹੰਢਣਸਾਰਤਾ ਮਤਲਬ ਇਹਨਾਂ ਦੇ ਜਦੋਂ ਤੁਸੀਂ ਪ੍ਰੋਡਕਸ਼ਨ ਹੁੰਦੀ ਹੈ ਤਾਂ ਇਹਨਾਂ ਦੇ ਜੋ ਕੀਮਤਾਂ ਨੇ ਉਹ ਵੀ ਅਲੱਗ-ਅਲੱਗ ਹੁੰਦੀਆਂ ਨੇ ਤੇ ਇਹਨਾਂ ਦੀ ਪ੍ਰੋਪਰਟੀਜ਼ ਅਲੱਗ-ਅਲੱਗ ਹੋਣ ਕਾਰਨ ਇਹਨਾਂ ਦੀ ਹੰਢਣਸਾਰਤਾ, ਇਹਨਾਂ ਦੀ ਡਿਊਰੇਬਿਲਿਟੀ, ਹੰਢਣਸਾਰਤਾ ਨੂੰ ਅੰਗਰੇਜ਼ੀ ਵਿੱਚ ਕੀ ਕਹਾਂਗੇ? ਡਿਊਰੇਬਿਲਿਟੀ ਵੀ ਅਲੱਗ-ਅਲੱਗ ਹੁੰਦੀ ਹੈ। ਆਦਿ ਗੁਣਾਂ ਵਿੱਚ ਆਪਸ ਵਿੱਚ ਵਿਲੱਖਣ ਦਾ ਮਤਲਬ ਡਿਫਰੈਂਟ, ਵਿਲੱਖਣਤਾ ਡਿਫਰੈਂਸ ਰੱਖਦੇ ਹਨ। ਸੋ ਇਹਨਾਂ ਸਭ ਦੀ ਜੋ ਇਹ ਸੁਭਾਅ ਹੈ, ਸਮਰੱਥਾ ਹੈ ਪਾਣੀ ਸੋਖਣ ਦੀ, ਮਜ਼ਬੂਤੀ, ਜਲਨ ਸੁਭਾਅ, ਮੁੱਲ ਅਤੇ ਹੰਢਣਸਾਰਤਾ ਵੱਖੋ-ਵੱਖ ਹੁੰਦੀ ਹੈ। ਅੱਜ ਪਲਾਸਟਿਕ ਤੋਂ ਬਿਨਾਂ ਕਲਪਨਾ ਨਹੀਂ ਕੀਤੀ ਜਾ ਸਕਦੀ। ਸੋ ਜੋ ਪਲਾਸਟਿਕ ਹੈ ਸਾਡੇ ਜੀਵਨ ਦਾ ਇੰਨਾ ਅਨਿੱਖੜਵਾਂ ਅੰਗ ਬਣ ਗਿਆ ਹੈ ਕਿ ਇਸ ਤੋਂ ਬਿਨਾਂ ਜੀਵਨ ਦੀ ਜੋ ਕਲਪਨਾ ਨਹੀਂ ਕੀਤੀ ਜਾ ਸਕਦੀ। ਭਾਵੇਂ ਇਹ ਘਰ ਹੋਵੇ ਜਾਂ ਬਾਹਰ, ਪਲਾਸਟਿਕ ਸਭ ਪਾਸੇ ਹੈ। ਤੁਸੀਂ ਕਿਤੇ ਵੀ ਜਾਵੋ, ਭਾਵੇਂ ਤੁਸੀਂ ਘਰ ਹੋਵੋ ਤੇ ਭਾਵੇਂ ਬਾਹਰ, ਤੁਸੀਂ ਦੇਖੋਗੇ ਕਿ ਪਲਾਸਟਿਕ ਸਭ ਪਾਸੇ ਹੈ।
ਪਲਾਸਟਿਕ ਤੋਂ ਉਪਜਿਆ ਕੂੜਾ ਕਰਕਟ ਵਾਤਾਵਰਣ ਦੋਸਤਾਨਾ ਨਹੀਂ ਹੈ। ਇਹ ਅਸੀਂ ਚੈਪਟਰ ਵਿੱਚ ਲੈਸਨ ਵਿੱਚ ਪੜ੍ਹਿਆ ਕਿ ਜੋ ਵੀ ਪਲਾਸਟਿਕ ਤੋਂ ਪੈਦਾ ਹੋਇਆ ਕੂੜਾ ਕਰਕਟ ਹੈ ਉਹ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ, ਵਾਤਾਵਰਣ ਦੋਸਤਾਨਾ ਨਹੀਂ ਹੈ। ਜਲਾਉਣ ਤੇ ਇਹ ਜ਼ਹਿਰੀਲੀਆਂ ਗੈਸਾਂ ਪੈਦਾ ਕਰਦੇ ਹਨ। ਜ਼ਮੀਨ ਤੇ ਪਾਉਣ ਨਾਲ ਇਹਨਾਂ ਨੂੰ ਖਤਮ ਹੋਣ ਵਿੱਚ ਕਈ ਸਾਲ ਲੱਗ ਜਾਂਦੇ ਹਨ। ਅਜਿਹਾ ਇਹਨਾਂ ਦੇ ਜੈਵ ਅਨਿਮਨੀਕ੍ਰਿਤ ਸੁਭਾਅ ਦੇ ਕਾਰਨ ਹੁੰਦਾ ਹੈ। ਸੋ ਜੋ ਇਹਨਾਂ ਦਾ ਸੁਭਾਅ ਹੈ ਉਹ ਜੈਵ ਅਨਿਮਨੀਕ੍ਰਿਤ ਹੈ। ਇਹ ਜੀਵਾਣੂਆਂ ਦੁਆਰਾ ਨਿਮਨੀਕ੍ਰਿਤ ਨਹੀਂ ਹੁੰਦੇ। ਇਸ ਕਾਰਨ ਇਹ ਜ਼ਮੀਨ ਵਿੱਚ, ਮਿੱਟੀ ਵਿੱਚ, ਸੋਇਲ ਵਿੱਚ ਕਈ ਸਾਲਾਂ ਤੱਕ ਰਹਿੰਦੇ ਹਨ, ਖਤਮ ਹੋਣ ਵਿੱਚ ਬੜਾ ਸਮਾਂ ਲਗਾਉਂਦੇ ਹਨ। ਇਹ ਵੀ ਕਾਰਨ ਹੈ ਕਿ ਇਹ ਵਾਤਾਵਰਣ ਦੋਸਤਾਨਾ ਨਹੀਂ ਹਨ। ਨੰਬਰ 8, ਸਾਨੂੰ ਜ਼ਰੂਰਤ ਹੈ ਕਿ ਸੰਸ਼ਲਿਸ਼ਟ ਰੇਸ਼ਿਆਂ ਅਤੇ ਪਲਾਸਟਿਕ ਦੀ ਵਰਤੋਂ ਇਸ ਤਰ੍ਹਾਂ ਕਰੀਏ ਕਿ ਅਸੀਂ ਉਹਨਾਂ ਦੇ ਚੰਗੇ ਗੁਣਾਂ ਦਾ ਆਨੰਦ ਮਾਣ ਸਕੀਏ ਅਤੇ ਨਾਲ ਹੀ ਸੰਜੀਵਾਂ ਦੇ ਵਾਤਾਵਰਣ ਸੰਕਟ ਨੂੰ ਘੱਟ ਕਰ ਸਕੀਏ। ਸੋ ਜੋ ਸੰਸ਼ਲਿਸ਼ਟ ਰੇਸ਼ੇ ਨੇ ਉਹ ਸਾਡੇ ਜੀਵਨ ਦਾ ਇੰਨਾ ਜ਼ਰੂਰੀ ਅੰਗ ਬਣ ਚੁੱਕੇ ਨੇ ਕਿ ਇਹਨਾਂ ਨੂੰ ਛੱਡਿਆ ਤਾਂ ਨਹੀਂ ਜਾ ਸਕਦਾ, ਪਰੰਤੂ ਸਾਨੂੰ ਇਹਨਾਂ ਦੀ ਵਰਤੋਂ ਬੜੀ ਅਕਲਮੰਦੀ ਅਤੇ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਇਹਨਾਂ ਦੇ ਫਾਇਦੇਮੰਦ ਜੋ ਪ੍ਰੋਪਰਟੀਜ਼ ਨੇ, ਜੋ ਚੰਗੇ ਗੁਣ ਨੇ, ਉਹਨਾਂ ਦਾ ਆਨੰਦ ਤਾਂ ਮਾਣ ਸਕੀਏ, ਪਰੰਤੂ ਨਾਲ ਹੀ ਇਹਨਾਂ ਦਾ ਜੋ ਸੰਜੀਵਾਂ ਤੇ ਬੁਰਾ ਪ੍ਰਭਾਵ ਹੈ ਉਸ ਤੋਂ ਅਸੀਂ ਬਚ ਸਕੀਏ। ਸੋ ਅਗਲਾ ਜੋ ਭਾਗ ਹੈ ਅਧਿਆਇ ਦਾ ਉਹ ਹੈ ਕੁਐਸਚਨ ਆਂਸਰਸ, ਫਿਲਅਪਸ। ਇਹ ਸਾਰੇ ਰਲਿਆ ਮਿਲਿਆ ਭਾਗ ਹੈ। ਨੰਬਰ 1, ਕੁਝ ਰੇਸ਼ੇ ਸੰਸ਼ਲਿਸ਼ਟ ਰੇਸ਼ੇ ਕਿਉਂ ਅਖਵਾਉਂਦੇ ਹਨ? ਇਸ ਦਾ ਜਵਾਬ ਬਣੇਗਾ ਕੁਝ ਰੇਸ਼ੇ ਸੰਸ਼ਲਿਸ਼ਟ ਰੇਸ਼ੇ ਇਸ ਲਈ ਅਖਵਾਉਂਦੇ ਹਨ ਕਿਉਂਕਿ ਇਹ ਕੁਦਰਤੀ ਸਰੋਤਾਂ ਦੁਆਰਾ ਪ੍ਰਾਪਤ ਨਹੀਂ ਹੁੰਦੇ। ਇਹਨਾਂ ਨੂੰ ਮਨੁੱਖ ਦੁਆਰਾ ਪੈਟਰੋ ਰਸਾਇਣਾਂ ਤੋਂ ਬਣਾਇਆ ਜਾਂਦਾ ਹੈ। ਸੋ ਇਹ ਕਾਰਨ ਹੈ ਕਿ ਇਹ ਕੁਝ ਰੇਸ਼ਿਆਂ ਨੂੰ ਨੈਚੁਰਲ ਫਾਈਬਰਸ ਨਹੀਂ ਕਿਹਾ ਜਾਂਦਾ, ਕੁਦਰਤੀ ਰੇਸ਼ੇ ਨਹੀਂ ਕਿਹਾ ਜਾਂਦਾ ਅਤੇ ਇਹਨਾਂ ਨੂੰ ਸੰਸ਼ਲਿਸ਼ਟ ਰੇਸ਼ੇ ਭਾਵ ਕਿ ਸਿੰਥੈਟਿਕ ਫਾਈਬਰਸ ਕਿਹਾ ਜਾਂਦਾ ਹੈ। ਨੰਬਰ 2, ਹੇਠ ਲਿਖੀਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਰਿਆਨ ਇੱਕ ਸੰਸ਼ਲਿਸ਼ਟ ਰੇਸ਼ਾ ਨਹੀਂ ਹੈ। ਕਿਉਂ? ਕਿਉਂਕਿ ਨੰਬਰ 1, ਉਹ ਇਸ ਦਾ ਰੂਪ ਰੇਸ਼ਮ ਵਰਗਾ ਹੁੰਦਾ ਹੈ। ਆਪਸ਼ਨ 2, ਨੰਬਰ 2, ਆੜਾ, ਇਸ ਨੂੰ ਲੱਕੜੀ ਦੀ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਦੇ ਰੇਸ਼ਿਆਂ ਨੂੰ ਪ੍ਰਕਿਰਤਿਕ ਰੇਸ਼ਿਆਂ ਵਾਂਗ ਬੁਣਿਆ ਜਾ ਸਕਦਾ ਹੈ। ਸੋ ਇਸ ਦਾ ਸਹੀ ਜਵਾਬ ਬਣੇਗਾ ਆੜਾ, ਇਸ ਨੂੰ ਲੱਕੜੀ ਦੇ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ। ਕਿਉਂਕਿ ਇਸ ਨੂੰ ਲੱਕੜੀ ਦੇ ਪਲਪ ਤੋਂ ਤਿਆਰ ਕੀਤਾ ਜਾਂਦਾ ਹੈ, ਇਸ ਕਰਕੇ ਇਸ ਨੂੰ ਪੂਰੀ ਤਰ੍ਹਾਂ ਇਸ ਨੂੰ ਸੰਸ਼ਲਿਸ਼ਟ ਰੇਸ਼ਿਆਂ ਦੇ ਵਿੱਚ ਵਰਗੀਕਰਨ ਨਹੀਂ ਕੀਤਾ ਜਾਂਦਾ ਕਿਉਂਕਿ ਜੋ ਇਸ ਦਾ ਸਰੋਤ ਹੈ ਉਹ ਕੁਦਰਤ ਹੈ। ਖਾਲੀ ਸਥਾਨ। ਨੰਬਰ 1, ਊੜਾ, ਸੰਸ਼ਲਿਸ਼ਟ ਰੇਸ਼ੇ ਡੈਸ਼ ਅਤੇ ਡੈਸ਼ ਰੇਸ਼ੇ ਵੀ ਅਖਵਾਉਂਦੇ ਹਨ। ਸੋ ਇਸ ਦਾ ਜਵਾਬ ਤੁਹਾਨੂੰ ਨੀਚੇ ਦਿੱਤਾ ਗਿਆ। ਊੜੇ ਦਾ ਜਵਾਬ ਕਿਉਂਕਿ ਇਸ ਵਿੱਚ 2 ਖਾਲੀ ਸਥਾਨ ਨੇ, ਇਹ 2 ਜਵਾਬ ਬਣਨਗੇ। ਰੇਸ਼ੇ ਮਾਨਵ ਨਿਰਮਿਤ ਅਤੇ ਬਨਾਵਟੀ ਰੇਸ਼ੇ ਵੀ ਅਖਵਾਉਂਦੇ ਹਨ। ਦੂਜਾ, ਸੰਸ਼ਲਿਸ਼ਟ ਰੇਸ਼ੇ ਕੱਚੇ ਮਾਲ ਤੋਂ ਸੰਸ਼ਲਿਸ਼ਟ ਕੀਤੇ ਜਾਂਦੇ ਹਨ ਜੋ ਡੈਸ਼ ਅਖਵਾਉਂਦੇ ਹਨ, ਪੈਟਰੋ ਰਸਾਇਣ। ਇਸ ਨੂੰ ਇੰਗਲਿਸ਼ ਵਿੱਚ ਕੀ ਆਖਦੇ ਆ? ਤੁਹਾਨੂੰ ਯਾਦ ਹੋਏਗਾ ਬੱਚਿਓ, ਪੈਟਰੋ ਕੈਮੀਕਲਸ। ਨੰਬਰ 3, ਸੰਸ਼ਲਿਸ਼ਟ ਰੇਸ਼ੇ ਵਾਂਗ ਪਲਾਸਟਿਕ ਵੀ ਇੱਕ ਡੈਸ਼ ਹੈ, ਸੰਸ਼ਲਿਸ਼ਟ ਰੇਸ਼ਾ ਹੈ। ਨੰਬਰ 4, ਸੋ 4 ਬਣਿਆ ਨਾਇਲਨ ਰੇਸ਼ਿਆਂ ਤੋਂ ਨਿਰਮਿਤ 2 ਵਸਤੂਆਂ ਦੇ ਨਾਂ ਦੱਸੋ ਜੋ ਰੇਸ਼ੇ ਦੀ ਮਜ਼ਬੂਤੀ ਦਰਸਾਉਂਦੇ ਹਨ। ਸੋ ਨਾਇਲਨ ਦੀਆਂ ਜੋ ਇੱਥੇ ਤੁਹਾਨੂੰ ਜੋ 2 ਦੇ ਬਜਾਏ 3 ਦਿੱਤੀਆਂ ਗਈਆਂ ਨੇ ਕਿਉਂਕਿ ਜ਼ਿਆਦਾ ਐਗਜ਼ਾਮਪਲਸ ਦਾ ਕੋਈ ਉਹ ਨਹੀਂ, ਕੋਈ ਨੁਕਸਾਨ ਨਹੀਂ ਹੈ। ਜੇ ਤੁਹਾਨੂੰ ਉੱਥੇ ਪੇਪਰਾਂ ਵਿੱਚ 2 ਬਾਰੇ ਪੁੱਛਿਆ ਜਾਵੇ ਤਾਂ ਤੁਹਾਨੂੰ 3 ਵਿੱਚੋਂ ਕੋਈ ਵੀ 2 ਜੇ ਯਾਦ ਆ ਜਾਂਦੇ ਹਨ ਤਾਂ ਤੁਸੀਂ 2 ਲਿਖ ਕੇ ਪੂਰੇ ਨੰਬਰ ਪ੍ਰਾਪਤ ਕਰ ਸਕਦੇ ਹੋ। ਸੋ ਇਸ ਕਰਕੇ ਤੁਹਾਨੂੰ 3 ਵਸਤੂਆਂ ਦੇ ਨਾਂ ਦੱਸੇ ਗਏ ਨੇ। ਨੰਬਰ 1 ਪੈਰਾਸ਼ੂਟ, ਨੰਬਰ 2 ਤੰਬੂ, ਨੰਬਰ 3 ਰਸਤੇ। ਜੋ 5ਵਾਂ ਭਾਗ ਹੈ ਇਸ ਦਾ ਭੋਜਨ ਪਦਾਰਥਾਂ ਨੂੰ ਭੰਡਾਰਨ ਕਰਨ ਦੇ ਲਈ ਪਲਾਸਟਿਕ ਬਰਤਨਾਂ ਦੀ ਵਰਤੋਂ ਦੇ 3 ਮੁੱਖ ਲਾਭ ਦੱਸੋ। ਤੁਸੀਂ ਚੈਪਟਰ ਵਿੱਚ ਪੜ੍ਹਿਆ ਕਿ ਭੋਜਨ ਪਦਾਰਥਾਂ ਦਾ ਭੰਡਾਰਨ ਕਰਨ ਲਈ ਪਲਾਸਟਿਕ ਹੀ ਵਰਤਿਆ ਜਾਂਦਾ ਹੈ। ਪਲਾਸਟਿਕ ਬਹੁਤ ਜ਼ਿਆਦਾ ਵਰਤਿਆ ਜਾਂਦਾ ਹੈ। ਉਸਦੇ ਜੋ ਮੁੱਖ 3 ਲਾਭ ਜੋ ਕਾਰਨ ਹਨ ਉਹ ਅਸੀਂ ਇਸ ਜਵਾਬ ਵਿੱਚ ਦੱਸਣੇ ਹਨ। ਭੋਜਨ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਪਲਾਸਟਿਕ ਦੇ ਬਰਤਨਾਂ ਦੇ ਲਾਭ ਨਿਮਨ ਲਿਖਤ ਅਨੁਸਾਰ ਹਨ। ਤੁਸੀਂ ਪੇਪਰ ਵਿੱਚ ਸਿੱਧਾ ਲਾਭ ਵੀ ਲਿਖ ਸਕਦੇ ਹੋ, ਪਰੰਤੂ ਜੇ ਤੁਸੀਂ ਆਪਣੇ ਜਵਾਬ ਨੂੰ ਇਸ ਤਰ੍ਹਾਂ ਸ਼ੁਰੂ ਕਰਦੇ ਹੋ ਤਾਂ ਇਹ ਬੜਾ ਹੀ ਪ੍ਰਭਾਵੀ ਅਤੇ ਜੋ ਐਗਜ਼ਾਮੀਨਰ ਹੈ, ਜੋ ਤੁਹਾਡਾ ਪਰਚਾ ਚੈੱਕ ਕਰ ਰਿਹਾ ਹੈ, ਉਸ ਤੇ ਬਹੁਤ ਹੀ ਅੱਛਾ ਪ੍ਰਭਾਵ ਛੱਡਦਾ ਹੈ ਅਤੇ ਤੁਹਾਨੂੰ ਚੰਗੇ ਮਾਰਕਸ, ਤੁਹਾਨੂੰ ਚੰਗੇ ਨੰਬਰ
ਲੈਣ ਵਿੱਚ ਮਦਦਗਾਰ ਹੁੰਦਾ ਹੈ। ਸੋ ਇਸ ਨੂੰ ਇਸ ਤਰ੍ਹਾਂ ਲਿਖਣਾ, ਭੋਜਨ ਪਦਾਰਥਾਂ ਦੇ ਭੰਡਾਰਨ ਕਰਨ ਦੇ ਲਈ ਪਲਾਸਟਿਕ ਦੇ ਬਰਤਨਾਂ ਦੇ ਲਾਭ ਨਿਮਨਲਿਖਤ ਅਨੁਸਾਰ ਹਨ। ਊੜਾ ਨੰਬਰ 1, ਇਹ ਭੋਜਨ ਪਾਣੀ ਅਤੇ ਹਵਾ ਨਾਲ ਕਿਰਿਆ ਨਹੀਂ ਕਰਦੇ। ਨੰਬਰ 2, ਇਹ ਮਜ਼ਬੂਤ ਅਤੇ ਹਲਕੇ ਹੁੰਦੇ ਹਨ। ਨੰਬਰ 3, ਇਹ ਵੱਖ-ਵੱਖ ਆਕਾਰ, ਰੂਪ ਅਤੇ ਰੰਗ ਵਿੱਚ ਉਪਲਬਧ ਹੁੰਦੇ ਹਨ। ਸੋ ਇਹ ਜੋ 3 ਵਿਸ਼ੇਸ਼ਤਾਵਾਂ ਨੇ, ਇਹ ਜੋ ਪਲਾਸਟਿਕ ਹੈ ਇਸ ਨੂੰ ਭੋਜਨ ਦੇ ਭੰਡਾਰਨ ਲਈ ਬਹੁਤ ਹੀ ਉਪਯੁਕਤ ਬਣਾਉਂਦੀਆਂ ਹਨ। ਥਰਮੋਪਲਾਸਟਿਕ ਅਤੇ ਥਰਮੋਸੈਟਿੰਗ ਪਲਾਸਟਿਕ ਦੇ ਵਿੱਚ ਅੰਤਰ ਸਪਸ਼ਟ ਕਰੋ। ਸੋ ਇਸ ਦਾ ਜਵਾਬ ਵੀ ਤੁਸੀਂ ਬੜੇ ਹੀ ਤਰੀਕੇ ਨਾਲ ਸ਼ੁਰੂ ਕਰਨਾ ਹੈ। ਤੁਸੀਂ ਸਿੱਧਾ ਇਹ ਜੋ ਚਾਰਟ ਹੈ ਇਹ ਵੀ ਬਣਾ ਸਕਦੇ ਹੋ, ਪਰੰਤੂ ਜੇ ਤੁਸੀਂ ਇਦਾਂ ਲਿਖੋਗੇ ਥਰਮੋਪਲਾਸਟਿਕ ਅਤੇ ਥਰਮੋਸੈਟਿੰਗ ਪਲਾਸਟਿਕ ਦੇ ਵਿਚਕਾਰ ਅੰਤਰ ਨਿਮਨ ਦਰਜ ਹਨ। ਨੰਬਰ 1, ਇਹ ਆਸਾਨੀ ਨਾਲ ਮੁੜ ਸਕਦਾ ਹੈ। ਜੋ ਥਰਮੋਪਲਾਸਟਿਕ ਹੈ ਉਹ ਆਸਾਨੀ ਨਾਲ ਮੁੜ ਸਕਦਾ ਹੈ, ਜਦੋਂ ਕਿ ਜੋ ਥਰਮੋਸੈਟਿੰਗ ਪਲਾਸਟਿਕ ਹੈ ਆਸਾਨੀ ਨਾਲ ਮੋੜਿਆ ਨਹੀਂ ਜਾ ਸਕਦਾ। ਸੋ ਇਹ ਥਰਮੋਪਲਾਸਟਿਕ ਦੇ ਬਿਲਕੁਲ ਉਲਟ ਹੈ। ਗਰਮ ਕਰਨ ਨਾਲ ਇਹਨਾਂ ਦਾ ਆਕਾਰ ਬਦਲ ਜਾਂਦਾ ਹੈ। ਜੋ ਥਰਮੋਪਲਾਸਟਿਕਸ ਹੈ ਉਹ ਆਪਣਾ ਆਕਾਰ ਬਦਲ ਲੈਂਦੇ हैं, ਚੇਂਜ ਕਰ ਲੈਂਦੇ हैं, ਪਰੰਤੂ ਇਦਾਂ ਤਾਪਮਾਨ ਦਾ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ। ਥਰਮੋਪਲਾਸਟਿਕਸ ਤੇ ਇਹਨਾਂ ਦਾ ਤਾਪਮਾਨ ਦਾ ਕੋਈ ਅਸਰ ਨਹੀਂ ਹੁੰਦਾ। ਇਹਨਾਂ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ। ਦੇ ਆਰ ਰੀਸਾਈਕਲਡ। ਇਹਨਾਂ ਦੀ ਮੁੜ ਵਰਤੋਂ ਨਹੀਂ ਕੀਤੀ ਜਾ ਸਕਦੀ, ਸੋ ਇਹਨਾਂ ਨੂੰ ਰੀਸਾਈਕਲ ਨਹੀਂ ਕੀਤਾ ਜਾ ਸਕਦਾ। ਗਰਮ ਕਰਨ ਤੇ ਇਹ ਇਸ ਨੂੰ ਕਿਸੇ ਵੀ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ, ਉਦਾਹਰਨ ਕਿ PVC ਅਤੇ ਪੋਲੀਥੀਨ। ਜੋ ਇਸ ਨੂੰ ਗਰਮ ਕਰਨ ਤੇ ਕਿਸੇ ਵੀ ਢਾਂਚੇ ਵਿੱਚ ਦੁਬਾਰਾ ਢਾਲਿਆ ਜਾ ਸਕਦਾ ਹੈ, ਪਰੰਤੂ ਇਹ ਜੋ ਵਿਸ਼ੇਸ਼ਤਾ ਹੈ, ਪ੍ਰੋਪਰਟੀ ਹੈ, ਇਹ ਥਰਮੋਸੈਟਿੰਗ ਪਲਾਸਟਿਕ ਵਿੱਚ ਨਹੀਂ ਹੁੰਦੀ। ਇਸ ਨੂੰ ਗਰਮ ਕਰਨ ਤੇ ਇੱਕੋ ਵਾਰ ਹੀ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ, ਦੁਬਾਰਾ ਨਹੀਂ। ਭਾਵ ਕਿ ਥਰਮੋਸੈਟਿਕ ਪਲਾਸਟਿਕ ਦਾ ਜਿਵੇਂ ਕਿ ਸਵਿਚ ਹੈ, ਜਦੋਂ ਇੱਕ ਵਾਰ ਉਸ ਨੂੰ ਸਵਿਚ ਦੇ ਸਾਂਚੇ ਵਿੱਚ ਢਾਲ ਦਿੱਤਾ ਜਾਂਦਾ ਤਾਂ ਉਸਦਾ ਜੋ ਸ਼ੇਪ ਹੈ, ਜੋ ਆਕਾਰ ਹੈ, ਉਸ ਨੂੰ ਬਦਲ ਕੇ ਕਿਸੇ ਹੋਰ ਚੀਜ਼ ਵਿੱਚ ਢਾਲਿਆ ਨਹੀਂ ਜਾ ਸਕਦਾ। ਸੋ ਇਹ ਵਿਸ਼ੇਸ਼ਤਾ ਜੋ ਹੈ ਥਰਮੋਸੈਟਿੰਗ ਪਲਾਸਟਿਕ ਨੂੰ ਥਰਮੋਪਲਾਸਟਿਕ ਤੋਂ ਅਲੱਗ ਕਰਦੀ ਹੈ। ਸਮਝਾਓ, ਥਰਮੋਸੈਟਿੰਗ ਪਲਾਸਟਿਕ ਤੋਂ ਹੇਠ ਲਿਖੇ ਕਿਉਂ ਬਣਾਏ ਜਾਂਦੇ ਹਨ? ਕੀ ਚੀਜ਼ਾਂ? ਪਤੀਲੇ ਦੇ ਹੱਥੇ, ਬਿਜਲੀ ਦੇ ਪਲੱਗ, ਸਵਿਚ, ਪਲੱਗ ਬੋਰਡ ਆਦਿ। ਸੋ ਇਹ ਤੁਹਾਨੂੰ ਇੱਕ ਇੱਕ ਕਰਕੇ ਸਮਝਾਇਆ ਗਿਆ ਇੱਥੇ। ਪਤੀਲੇ ਦਾ ਹੱਥਾ ਥਰਮੋਸੈਟਿੰਗ ਪਲਾਸਟਿਕ ਤੋਂ ਇਸ ਲਈ ਬਣਾਇਆ ਜਾਂਦਾ ਹੈ ਕਿਉਂਕਿ ਥਰਮੋਸੈਟਿੰਗ ਪਲਾਸਟਿਕ ਤਾਪ ਦਾ ਕੁਚਾਲਕ ਹੈ। ਇਸੇ ਕਾਰਨ ਪਤੀਲੇ ਦਾ ਹੱਥਾ ਅੱਗ ਦੇ ਤਾਪ ਨੂੰ ਸਹਿ ਲੈਂਦਾ ਹੈ ਅਤੇ ਪਿਘਲਦਾ ਨਹੀਂ। ਸੋ ਇਹ ਜੋ ਅਸੀਂ ਦੇਖਿਆ ਸੀ, ਅਸੀਂ ਪੜ੍ਹਿਆ ਹੈ ਚੈਪਟਰ ਵਿੱਚ ਕਿ ਥਰਮੋਸੈਟਿੰਗ ਪਲਾਸਟਿਕ ਦਾ ਤਾਪ ਅਤੇ ਉੱਪਰ ਤਾਪ ਦਾ ਅਤੇ ਬਿਜਲੀ ਦਾ ਕੋਈ ਅਸਰ ਨਹੀਂ ਹੁੰਦਾ। ਇਹੀ ਦੋ ਕਾਰਨਾਂ ਕਰਕੇ ਤੁਸੀਂ ਦੇਖੋਗੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਕਿ ਇਸ ਨੂੰ ਪਤੀਲੇ ਦੇ ਹੱਥੇ ਤੇ ਬਿਜਲੀ ਦੇ ਉਪਕਰਨ ਭਾਵ ਕਿ ਪਲੱਗ, ਸਵਿਚ ਵਗੈਰਾ ਵਿੱਚ ਵਰਤਿਆ ਜਾਂਦਾ ਹੈ। ਪਤੀਲੇ ਦਾ ਹੱਥਾ ਅਸੀਂ ਡਿਸਕਸ ਕਰ ਲਿੱਤਾ ਹੈ। ਇਸ ਕਰਕੇ ਹੈ ਕਿਉਂਕਿ ਇਹ ਤਾਪ ਦਾ ਕੁਚਾਲਕ ਹੈ ਅਤੇ ਇਹ ਗਰਮ ਨਹੀਂ ਹੁੰਦਾ। ਸੋ ਜੋ ਪਤੀਲੇ ਨੂੰ ਵਰਤ ਰਿਹਾ ਹੈ ਇਨਸਾਨ, ਜੋ ਮਨੁੱਖ ਵਰਤ ਰਿਹਾ ਹੈ, ਉਸ ਨੂੰ ਉਹ ਤਾਪ ਦੇ ਸੰਪਰਕ ਵਿੱਚ ਨਹੀਂ ਆਉਂਦਾ। ਤੇ ਦੂਜਾ ਜੋ ਪੁਆਇੰਟ ਹੈ, ਬਿਜਲੀ ਦੇ ਪਲੱਗ, ਸਵਿਚ ਅਤੇ ਪਲੱਗ ਬੋਰਡ ਆਦਿ ਨੂੰ ਥਰਮੋਸੈਟਿੰਗ ਪਲਾਸਟਿਕ ਤੋਂ ਇਸ ਲਈ ਬਣਾਇਆ ਜਾਂਦਾ ਹੈ ਕਿਉਂਕਿ ਇਹ ਪਲਾਸਟਿਕ ਬਿਜਲੀ ਦਾ ਕੁਚਾਲਕ ਹੈ ਅਤੇ ਸਵਿਚ ਆਦਿ ਦੀ ਵਰਤੋਂ ਕਰਨ ਵਾਲੇ ਮਨੁੱਖ ਨੂੰ ਬਿਜਲੀ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਂਦਾ ਹੈ। ਸੋ ਕਿਉਂਕਿ ਇਹ ਬਿਜਲੀ ਦਾ ਕੁਚਾਲਕ ਹੈ, ਇਸ ਕਰਕੇ ਜਦੋਂ ਅਸੀਂ ਸਵਿਚ ਨੂੰ ਔਨ ਆਫ ਕਰਦੇ ਹਾਂ ਤਾਂ ਅਸੀਂ ਬਿਜਲੀ ਸਾਨੂੰ ਨਹੀਂ ਫੜਦੀ, ਸਾਨੂੰ ਬਿਜਲੀ ਦਾ ਝਟਕਾ ਨਹੀਂ ਲੱਗਦਾ। ਇਹੀ ਕਾਰਨ ਹੈ। ਇਸ ਦਾ ਕੀ ਕਾਰਨ ਹੈ? ਕਿਉਂਕਿ ਜੋ ਸਵਿਚ ਹਨ ਉਹ ਥਰਮੋਸੈਟਿੰਗ ਪਲਾਸਟਿਕ ਦੇ ਬਣੇ ਹੁੰਦੇ ਹਨ। ਇਸ ਤੋਂ ਅਗਲਾ ਭਾਗ, ਹੇਠ ਲਿਖੇ ਪਦਾਰਥਾਂ ਨੂੰ ਦੁਬਾਰਾ ਚੱਕਰਿਤ ਕੀਤਾ ਜਾ ਸਕਦਾ ਹੈ, ਰੀਸਾਈਕਲ ਕੀਤਾ ਜਾ ਸਕਦਾ ਹੈ ਅਤੇ ਦੁਬਾਰਾ ਚੱਕਰਿਤ ਨਹੀਂ ਕੀਤਾ ਜਾ ਸਕਦਾ, ਰੀਸਾਈਕਲ ਨਹੀਂ ਕੀਤਾ ਜਾ ਸਕਦਾ ਵਿੱਚ ਵਰਗੀਕ੍ਰਿਤ ਕਰੋ। ਭਾਵ ਕਿ ਇਸ ਦੇ ਦੋ ਭਾਗ ਬਣਾਓ। ਜੋ ਨੀਚੇ ਦਿੱਤੀਆਂ ਵਸਤੂਆਂ ਨੇ ਉਹਨਾਂ ਨੂੰ ਦੋ ਭਾਗਾਂ ਵਿੱਚ ਵੰਡੋ। ਇੱਕ ਭਾਗ ਐਸਾ ਹੋਏਗਾ ਜੋ ਕਿ ਰੀਸਾਈਕਲ ਕੀਤਾ ਜਾ ਸਕਦਾ ਹੈ, ਦੁਬਾਰਾ ਚੱਕਰਿਤ ਕੀਤਾ ਜਾ ਸਕਦਾ ਹੈ, ਅਤੇ ਦੂਜਾ ਭਾਗ ਐਸਾ ਰਹੇਗਾ ਜੋ ਚੱਕਰਿਤ ਨਹੀਂ ਕੀਤਾ ਜਾ ਸਕਦਾ, ਜੋ ਕਿ ਰੀਸਾਈਕਲ ਨਹੀਂ ਕੀਤਾ ਜਾ ਸਕਦਾ। ਸੋ ਇਹ ਕੁਝ ਵਸਤਾਂ ਨੇ। ਤੁਹਾਨੂੰ ਇਹ ਨੀਚੇ ਜਵਾਬ ਵਿੱਚ ਦੇਖੋ। ਦੁਬਾਰਾ ਚੱਕਰਿਤ ਕੀਤਾ ਜਾ ਸਕਦਾ ਹੈ ਉਹ ਸਮਾਨ ਕਿਹੜਾ ਹੈ? ਇਹਨਾਂ ਵਿੱਚੋਂ ਅਸੀਂ ਅਲੱਗ-ਅਲੱਗ ਕਰ ਲਿੱਤਾ ਹੈ ਤੇ ਤੁਹਾਨੂੰ ਨੀਚੇ ਪੜ੍ਹ ਕੇ ਸੁਣਾਉਂਦੇ ਹਾਂ। ਖਿਡੌਣੇ, ਸਮਾਨ ਲਿਆਉਣ ਵਾਲੇ ਥੈਲੇ, ਬਾਲ ਪੁਆਇੰਟ ਪੈਨ, ਪਲਾਸਟਿਕ ਦੇ ਕਟੋਰੇ, ਕੌਲੀਆਂ, ਪਲਾਸਟਿਕ ਦੀਆਂ ਕੁਰਸੀਆਂ, ਬਿਜਲੀ ਦੀਆਂ ਤਾਰਾਂ ਅਤੇ ਪਲਾਸਟਿਕ ਕਵਰ। ਸੋ ਤੁਸੀਂ ਦੇਖੋਗੇ ਇਹ ਜੋ ਸਾਰਾ ਸਮਾਨ ਹੈ ਤੁਸੀਂ ਚੈਪਟਰ ਵਿੱਚ ਪੜ੍ਹਿਆ, ਥਰਮੋਪਲਾਸਟਿਕ ਦਾ ਬਣਿਆ ਹੁੰਦਾ। ਇਹੀ ਕਾਰਨ ਹੈ ਕਿਉਂਕਿ ਥਰਮੋਪਲਾਸਟਿਕ ਦੀ ਪ੍ਰੋਪਰਟੀ ਹੈ
ਕਿ ਉਸ ਨੂੰ ਦੁਬਾਰਾ ਢਾਲਿਆ ਜਾ ਸਕਦਾ ਹੈ, ਤਾਪਮਾਨ ਉਸ ਦੇ ਉੱਪਰ ਅਪਲਾਈ ਕਰਕੇ ਉਸ ਨੂੰ ਪਿਘਲਾਇਆ ਜਾ ਸਕਦਾ ਹੈ ਅਤੇ ਦੁਬਾਰਾ ਕਿਸੇ ਵੀ ਸਾਂਚੇ ਵਿੱਚ ਢਾਲਿਆ ਜਾ ਸਕਦਾ ਹੈ। ਇਸ ਦੇ ਉਲਟ ਦੁਬਾਰਾ ਚੱਕਰਿਤ ਨਹੀਂ ਕੀਤੇ ਜਾ ਸਕਣ ਵਾਲੇ ਜੋ ਵਸਤਾਂ ਹਨ ਉਹ ਹਨ ਟੈਲੀਫੋਨ ਯੰਤਰ, ਕੁੱਕਰ ਦੇ ਹੱਥੇ, ਬਿਜਲੀ ਦੇ ਸਵਿਚ, ਕਿਉਂਕਿ ਇਹ ਸਭ ਥਰਮੋਸਟੈਟਿਕ ਪਲਾਸਟਿਕ ਦੇ ਬਣੇ ਹੁੰਦੇ ਹਨ ਤੇ ਤੁਹਾਨੂੰ ਪਤਾ ਹੈ ਕਿ ਇਸ ਦੀ ਵਿਸ਼ੇਸ਼ਤਾ ਕੀ ਹੈ ਕਿ ਇਸ ਨੂੰ ਇੱਕ ਵਾਰ ਜਦੋਂ ਕਿਸੇ ਸਾਂਚੇ ਵਿੱਚ ਢਾਲ ਦਿੱਤਾ ਜਾਂਦਾ ਹੈ ਤਾਂ ਦੁਬਾਰਾ ਇਸ ਨੂੰ ਦੂਸਰੇ ਸਾਂਚੇ ਵਿੱਚ ਪਿਘਲਾ ਕੇ ਨਹੀਂ ਢਾਲਿਆ ਜਾ ਸਕਦਾ। ਸੋ ਇੱਕ ਇਹ ਐਗਜ਼ਾਮਪਲ ਹੈ, ਇਹਨੂੰ ਤੁਸੀਂ ਕੁਐਸਚਨ ਦੇ ਰੂਪ ਵਿੱਚ ਦੇਖੋ। ਰਾਣਾ ਗਰਮੀਆਂ ਲਈ ਕਮੀਜ਼ਾਂ ਖਰੀਦਣਾ ਚਾਹੁੰਦਾ ਹੈ। ਇਹ ਇੱਥੇ ਰਾਣੇ ਦੀ ਜਗ੍ਹਾ ਤੁਸੀਂ ਵੀ ਹੋ ਸਕਦੇ ਹੋ। ਉਸ ਨੂੰ ਸੂਤੀ ਕਮੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਜਾਂ ਸੰਸ਼ਲਿਸ਼ਟ ਕਾਰਨ ਸਹਿਤ ਰਾਣੇ ਨੂੰ ਸਲਾਹ ਦਿਓ। ਸੋ ਇਹ ਤੁਸੀਂ ਦੇਖੋ ਇਸ ਦਾ ਜਵਾਬ ਕਿਸ ਦਾ ਬਣੇਗਾ। ਰਾਣੇ ਨੂੰ ਸੂਤੀ ਕਮੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਸੂਤੀ ਕਮੀਜ਼ਾਂ ਵਿੱਚ ਛੇਕ ਹੁੰਦੇ ਹਨ ਅਤੇ ਹਵਾਦਾਰ ਹੁੰਦੀਆਂ ਹਨ, ਕਿਉਂਕਿ ਗਰਮੀਆਂ ਵਿੱਚ ਤੁਹਾਨੂੰ ਤਾਪਮਾਨ ਬਹੁਤ ਜ਼ਿਆਦਾ ਰਹੇਗਾ ਅਤੇ ਤੁਹਾਡੇ ਸਰੀਰ ਨੂੰ ਠੰਡਾ ਰਹਿਣ ਵਾਸਤੇ ਹਵਾ ਦੀ ਲੋੜ ਰਹੇਗੀ। ਇਸ ਕਰਕੇ ਸੂਤੀ ਕਮੀਜ਼ਾਂ ਜਿਨ੍ਹਾਂ ਵਿੱਚ ਕੀ ਛੇਕ ਹੁੰਦੇ ਹਨ ਅਤੇ ਉਹ ਹਵਾਦਾਰ ਹੁੰਦੀਆਂ ਹਨ। ਸੂਤੀ ਕਮੀਜ਼ਾਂ ਪਸੀਨਾ ਸੋਖ ਕੇ ਸਰੀਰ ਨੂੰ ਸੁੱਕਾ ਰੱਖਦੀਆਂ ਹਨ, ਜਦੋਂ ਕਿ ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੀਆਂ ਕਮੀਜ਼ਾਂ ਨਾ ਤਾਂ ਪਸੀਨਾ ਸੋਖਦੀਆਂ ਹਨ ਅਤੇ ਨਾ ਹੀ ਹਵਾਦਾਰ ਹੁੰਦੀਆਂ ਹਨ। ਤੁਸੀਂ ਚੈਪਟਰ ਦੇ ਦੌਰਾਨ ਇੱਕ ਕਿਰਿਆ ਕੀਤੀ ਸੀ ਜਿਸ ਵਿੱਚ ਤੁਸੀਂ ਕੱਪੜੇ ਨੂੰ ਪਾਣੀ ਵਿੱਚ ਡੁਬੋ ਕੇ ਦੇਖਿਆ ਸੀ, ਤਾਂ ਕੀ ਪਾਇਆ ਸੀ ਕਿ ਸੰਸ਼ਲਿਸ਼ਟ ਰੇਸ਼ੇ ਜੋ ਹਨ ਉਹ ਪਾਣੀ ਬਹੁਤ ਘੱਟ ਸੋਖਦੇ ਹਨ। ਇਹ ਵਿਸ਼ੇਸ਼ਤਾ ਉਹਨਾਂ ਨੂੰ ਧੋਣ ਵਿੱਚ ਤਾਂ ਲਾਭਦਾਇਕ ਹੈ, ਪਰੰਤੂ ਜਦੋਂ ਗਰਮੀਆਂ ਵਿੱਚ ਅਸੀਂ ਕੱਪੜੇ ਪਹਿਨਦੇ ਹਨ ਤਾਂ ਇਹ ਵਿਸ਼ੇਸ਼ਤਾ ਸਾਡੇ ਉਲਟ ਕੰਮ ਕਰਦੀ ਹੈ। ਇਹ ਪਸੀਨਾ ਨਹੀਂ ਸੋਖਦੇ ਅਤੇ ਇਹਨਾਂ ਕੱਪੜਿਆਂ ਨੂੰ ਅਤੇ ਨਾਲ ਹੀ ਸਾਨੂੰ ਠੰਡਾ ਨਹੀਂ ਰੱਖ ਸਕਦੇ। ਸੋ ਉਦਾਹਰਨ ਦੁਆਰਾ ਪ੍ਰਦਰਸ਼ਿਤ ਕਰੋ ਕਿ ਪਲਾਸਟਿਕ ਦਾ ਸੁਭਾਅ ਅਣਖੋਰ ਹੈ। ਸੋ ਇਹਦਾ ਜਵਾਬ ਕੁਝ ਇਸ ਤਰ੍ਹਾਂ ਬਣੇਗਾ। ਪਲਾਸਟਿਕ ਹਵਾ, ਪਾਣੀ ਆਦਿ ਨਾਲ ਕਿਰਿਆ ਨਹੀਂ ਕਰਦਾ। ਇਸ ਲਈ ਇਹ ਸੜਦਾ, ਗਲਦਾ, ਖੁਰਦਾ ਨਹੀਂ ਹੈ। ਸੋ ਤੁਸੀਂ ਦੇਖੋਗੇ ਜਦੋਂ ਲੋਹਾ ਪਾਣੀ ਅਤੇ ਹਵਾ ਦੇ ਸੰਪਰਕ ਵਿੱਚ ਆਉਂਦਾ ਹੈ ਉਹ ਗਲਣ ਲੱਗ ਜਾਂਦਾ ਹੈ, ਉਸ ਨੂੰ ਜੰਗ ਲੱਗ ਜਾਂਦਾ ਹੈ, ਪਰੰਤੂ ਪਲਾਸਟਿਕ ਨਾਲ ਇਦਾਂ ਨਹੀਂ ਹੁੰਦਾ। ਇਸ ਦਾ ਕਾਰਨ ਕੀ ਹੈ ਕਿ ਇਹ ਪਲਾਸਟਿਕ ਅਤੇ ਪਾਣੀ ਅਤੇ ਹਵਾ ਨਾਲ ਕਿਰਿਆ ਨਹੀਂ ਕਰਦਾ, ਰਿਐਕਟ ਨਹੀਂ ਕਰਦਾ। ਸੋ ਪਹਿਲੀ ਉਦਾਹਰਨ, ਵੱਖ-ਵੱਖ ਰਸਾਇਣ ਬੋਤਲਾਂ ਵਿੱਚ ਸਟੋਰ ਕੀਤੇ ਜਾਂਦੇ ਹਨ ਕਿਉਂਕਿ ਇਹ ਰਸਾਇਣ ਨਾਲ ਕਿਰਿਆ ਨਹੀਂ ਕਰਦੇ। ਸੋ ਕਿਉਂਕਿ ਇਹ ਰਸਾਇਣ ਨਾਲ ਵੀ ਕਿਰਿਆ ਨਹੀਂ ਕਰਦੇ, ਇਸ ਕਰਕੇ ਜੋ ਜਿੰਨੇ ਵੀ ਰਸਾਇਣ ਹਨ ਉਹ ਪਲਾਸਟਿਕ ਦੀਆਂ ਬੋਤਲਾਂ ਵਿੱਚ ਹੀ ਸਟੋਰ ਕਰਕੇ ਰੱਖੇ ਜਾਂਦੇ ਹਨ। ਪਲਾਸਟਿਕ ਦੀਆਂ ਬੋਤਲਾਂ ਵਿੱਚ ਰੱਖਿਆ ਜਾਂਦਾ ਹੈ। ਤੁਸੀਂ ਦੇਖੋਗੇ ਜਦ ਤੁਸੀਂ ਬਾਹਰ ਜਾਂਦੇ ਹੋ ਕਿਤੇ ਤਾਂ ਤੁਸੀਂ ਪਾਣੀ ਜਦੋਂ ਖਰੀਦਦੇ ਹੋ ਤਾਂ ਉਹ ਸਾਰਾ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੈਕ ਕੀਤਾ ਹੁੰਦਾ। ਇਹ ਕਿਉਂ ਕੀਤਾ ਹੁੰਦਾ? ਕਿਉਂਕਿ ਇਹ ਪਾਣੀ ਨਾਲ ਵੀ ਕਿਰਿਆ ਨਹੀਂ ਕਰਦਾ। ਸੋ ਨੰਬਰ ਤੀਜਾ, ਅਚਾਰ ਅਤੇ ਭੋਜਨ ਪਦਾਰਥ ਪਲਾਸਟਿਕ ਦੇ ਬਰਤਨਾਂ ਵਿੱਚ ਭੰਡਾਰ ਕੀਤੇ ਜਾਂਦੇ ਹਨ ਕਿਉਂਕਿ ਇਹ ਭੋਜਨ ਪਦਾਰਥਾਂ ਵਿੱਚ ਮੌਜੂਦ ਰਸਾਇਣਾਂ ਨਾਲ ਕਿਰਿਆ ਨਹੀਂ ਕਰਦੇ। ਸੋ ਤੁਹਾਨੂੰ ਪਤਾ ਹੈ, ਤੁਸੀਂ ਪੜ੍ਹਿਆ ਹੈ ਕਿ ਭੋਜਨ ਵਿੱਚ ਕਈ ਤਰ੍ਹਾਂ ਦੇ ਰਸਾਇਣ ਹੁੰਦੇ ਹਨ। ਸੋ ਉਹ ਰਸਾਇਣ ਵੀ ਕਿਸੇ ਵੀ ਧਾਤ ਦੇ ਸੰਪਰਕ ਵਿੱਚ ਆਉਣ ਨਾਲ ਉਸ ਨਾਲ ਕਿਰਿਆ ਕਰਦੇ ਹਨ, ਪਰੰਤੂ ਪਲਾਸਟਿਕ ਦੀ ਜੋ ਵਿਸ਼ੇਸ਼ਤਾ ਹੈ, ਜੋ ਲੱਛਣ ਹੈ ਕਿ ਇਹ ਕਿਸੇ ਵੀ ਚੀਜ਼ ਨਾਲ, ਕਿਸੇ ਵੀ ਰਸਾਇਣ ਨਾਲ ਕਿਰਿਆ ਨਹੀਂ ਕਰਦਾ। ਇਹੀ ਕਾਰਨ ਹੈ ਕਿ ਅਚਾਰ ਅਤੇ ਭੋਜਨ ਪਦਾਰਥ ਇਸ ਵਿੱਚ ਸਟੋਰ ਕਰਕੇ, ਭੰਡਾਰਨ ਕਰਕੇ ਰੱਖੇ ਜਾਂਦੇ ਹਨ। ਕੀ ਦੰਦ ਸਾਫ਼ ਕਰਨ ਵਾਲੇ ਬ੍ਰਸ਼ ਦੇ ਵਾਲ, ਬ੍ਰਿਸਟਲਸ ਅਤੇ ਹੱਥਾ ਇੱਕ ਹੀ ਪਦਾਰਥ ਦੇ ਬਣਨੇ ਚਾਹੀਦੇ ਹਨ? ਆਪਣਾ ਉੱਤਰ ਸਪਸ਼ਟ ਕਰੋ। ਇਸ ਦਾ ਉੱਤਰ ਕੁਝ ਇਸ ਤਰ੍ਹਾਂ ਬਣੇਗਾ। ਬੁਰਸ਼ ਦੇ ਵਾਲ, ਬ੍ਰਿਸਟਲ ਦੰਦਾਂ ਦੀ ਸਫਾਈ ਲਈ ਹਨ, ਇਸ ਲਈ ਉਹ ਨਰਮ ਅਤੇ ਲਚਕੀਲੇ ਹੋਣੇ ਚਾਹੀਦੇ ਹਨ, ਜਦੋਂ ਕਿ ਬੁਰਸ਼ ਦਾ ਹੱਥਾ ਸਹਾਰੇ ਲਈ ਹੁੰਦਾ ਹੈ ਅਤੇ ਉਹ ਸਖਤ ਅਤੇ ਮਜ਼ਬੂਤ ਹੋਣਾ ਚਾਹੀਦਾ ਹੈ। ਇਸ ਲਈ ਬੁਰਸ਼ ਦੇ ਇਹ ਦੋਨੋਂ ਭਾਗ ਵੱਖ-ਵੱਖ ਪਦਾਰਥਾਂ ਤੋਂ ਬਣਾਉਣੇ ਚਾਹੀਦੇ ਹਨ। ਸੋ ਤੁਸੀਂ ਜੇ ਆਪਾਂ ਲੈਸਨ ਦੇ ਹਿਸਾਬ ਨਾਲ ਦੇਖੀਏ ਤਾਂ ਤੁਹਾਨੂੰ ਯਾਦ ਹੋਏਗਾ, ਤੁਹਾਡੇ ਦਿਮਾਗ ਵਿੱਚ ਇੱਕਦਮ ਆ ਗਿਆ ਹੋਏਗਾ ਕਿ ਇਸ ਦੇ ਮੁਤਾਬਿਕ ਬੁਰਸ਼ ਦੇ ਵਾਲ ਕਿਸ ਦੇ ਬਣਦੇ ਹਨ? ਨਾਇਲਨ ਦੇ, ਤੇ ਜੋ ਇਸ ਦਾ ਹੱਥਾ ਹੁੰਦਾ ਹੈ ਇਹ ਥਰਮੋਸੈਟਿੰਗ ਪਲਾਸਟਿਕ ਦਾ ਬਣੇਗਾ ਕਿਉਂਕਿ ਇਹਨਾਂ ਦੇ ਲੱਛਣ ਕੀ ਨੇ? ਜੋ ਨਾਇਲਨ ਹੈ ਉਹ ਸਟਰੋਂਗ, ਉਹ ਮਜ਼ਬੂਤ ਅਤੇ ਨਰਮ ਲਚਕੀਲਾ ਹੁੰਦਾ ਹੈ। ਇਸ ਦੇ ਉਲਟ ਜੋ ਥਰਮੋਸੈਟਿੰਗ ਪਲਾਸਟਿਕ ਹੈ ਉਹ ਕੀ ਹੁੰਦਾ? ਉਹ ਸਖਤ ਹੁੰਦਾ ਹੈ। ਜੋ ਨੰਬਰ 12, ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੋ, ਇਸ ਕਥਨ ਤੇ ਸਲਾਹ ਦਿਓ। ਸੋ ਇਹਦਾ ਜਵਾਬ ਕੁਝ ਇਸ ਤਰ੍ਹਾਂ ਬਣੇਗਾ। ਪਲਾਸਟਿਕ ਵਾਤਾਵਰਣ ਦੋਸਤਾਨਾ ਪਦਾਰਥ ਨਹੀਂ ਹੈ। ਇਹ ਅਸੀਂ ਪੜ੍ਹਿਆ, ਲੈਸਨ ਵਿੱਚ ਕਈ ਵਾਰ ਪੜ੍ਹਿਆ। ਇਹ ਨਾ ਤਾਂ ਜਲਦੀ ਚੱਲਦਾ ਹੈ ਅਤੇ ਨਾ ਹੀ ਕੁਦਰਤੀ ਜੀਵਾਣੂਆਂ ਦੁਆਰਾ ਆਸਾਨੀ ਨਾਲ ਅਪਘਟਿਤ ਹੁੰਦਾ ਹੈ।
ਇਸ ਲਈ ਵਾਤਾਵਰਣ ਨੂੰ ਸਾਫ਼ ਰੱਖਣ ਲਈ ਪਲਾਸਟਿਕ ਦੀ ਵਰਤੋਂ ਜਿੱਥੋਂ ਤੱਕ ਹੋ ਸਕੇ ਘੱਟ ਕਰਨੀ ਚਾਹੀਦੀ ਹੈ। ਸੋ ਪਲਾਸਟਿਕ ਦੀ ਵਰਤੋਂ ਨੂੰ ਬੰਦ ਤਾਂ ਨਹੀਂ ਕੀਤਾ ਜਾ ਸਕਦਾ, ਪਰੰਤੂ ਇਸ ਨੂੰ ਬੜੀ ਹੀ ਸਮਝਦਾਰੀ ਨਾਲ ਵਰਤਿਆ ਜਾ ਸਕਦਾ ਹੈ, ਜਿਸ ਨਾਲ ਕਿ ਵਾਤਾਵਰਣ ਅਤੇ ਪਲਾਸਟਿਕ ਦਰਮਿਆਨ ਜੋ ਬੈਲੈਂਸ ਹੈ ਉਹ ਬਣਾਇਆ ਜਾ ਸਕੇ। ਸੋ ਜੋ ਅਗਲਾ ਪਾਠ ਹੈ, ਇਸ ਵਿੱਚ ਤੁਸੀਂ ਕਰਨਾ ਕੀ ਹੈ, ਕਾਲਮ ਊੜੇ ਦੇ ਪਦਾਂ ਦਾ ਕਾਲਮ ਆੜੇ ਵਿੱਚ ਦਿੱਤੇ ਗਏ ਵਾਕ ਖੰਡਾਂ ਨਾਲ ਮਿਲਾਨ ਕਰਨਾ ਹੈ। ਸੋ ਇਹਦੇ ਵਿੱਚ ਤੁਹਾਨੂੰ ਆਨਸਰ ਇੱਥੇ ਦੇ ਦਿੱਤੇ ਗਏ ਨੇ ਪਿੱਛੇ, ਜਿਵੇਂ ਕਿ ਪੋਲੀਐਸਟਰ 1 ਨੰਬਰ ਤੇ ਦਰਜ ਹੈ, ਤੇ ਜਿਸ ਜੋ ਵਾਕ ਦੇ ਪਿੱਛੇ ਇੱਕ ਲਿਖਿਆ ਤਾਂ ਮਤਲਬ ਉਹ ਇਸ ਦੀ ਵਿਸ਼ੇਸ਼ਤਾ ਹੈ, ਉਹ ਇਸ ਦਾ ਜਵਾਬ ਹੈ। ਪੋਲੀਐਸਟਰ ਕੀ ਹੈ? ਕੱਪੜੇ ਵਿੱਚ ਆਸਾਨੀ ਨਾਲ ਵੱਟ ਨਹੀਂ ਪੈਂਦੇ। ਟੈਫਲੌਨ ਕੀ ਹੈ? 2 ਨੰਬਰ ਤੁਹਾਨੂੰ ਇੱਥੇ ਦਿਖੇਗਾ, ਨਾ ਚਿਪਕਣ ਵਾਲੇ ਭੋਜਨ ਬਣਾਉਣ ਵਾਲੇ ਬਰਤਨਾਂ ਦੇ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ। ਰਿਆਨ ਨੰਬਰ 3 ਤੇ ਦਰਜ ਹੈ, ਸੋ 3 ਤੁਹਾਨੂੰ ਇੱਥੇ ਦਿਖ ਰਿਹਾ ਹੈ। ਲੱਕੜੀ ਦੇ ਪਲਪ ਦੀ ਵਰਤੋਂ ਕਰਕੇ ਤਿਆਰ ਕੀਤਾ ਜਾਂਦਾ ਹੈ। ਨਾਇਲਨ ਨੰਬਰ 4 ਹੈ, ਤੇ 4 ਤੁਹਾਨੂੰ ਇੱਥੇ ਦਿਖੇਗਾ। ਪੈਰਾਸ਼ੂਟ ਅਤੇ ਜ਼ੁਰਾਬਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਸੋ ਇਹ ਇਸ ਤਰ੍ਹਾਂ ਕੁਝ ਤੁਸੀਂ ਆਪਣੀ ਕਾਪੀ ਵਿੱਚ ਨੋਟ ਕਰ ਲੈਣਾ। ਸੋ ਨੰਬਰ 14, ਸੰਸ਼ਲਿਸ਼ਟ ਰੇਸ਼ਿਆਂ ਦਾ ਉਦਯੋਗਿਕ ਨਿਰਮਾਣ ਅਸਲ ਵਿੱਚ ਜੰਗਲਾਂ ਦੇ ਸੁਰੱਖਣ ਵਿੱਚ ਸਹਾਇਕ ਹੋ ਸਕਦਾ ਹੈ। ਟਿੱਪਣੀ ਕਰੋ, ਤੁਸੀਂ ਟਿੱਪਣੀ ਕਰੋ ਕਿ ਕਿਵੇਂ ਸੰਸ਼ਲਿਸ਼ਟ ਰੇਸ਼ਿਆਂ ਦਾ ਵੱਡੇ ਪੱਧਰ ਤੇ ਨਿਰਮਾਣ ਜੰਗਲਾਂ ਨੂੰ ਬਚਾ ਸਕਦਾ ਹੈ। ਸੁਰੱਖਣ ਕਰਨਾ ਕਿ ਇਹਨਾਂ ਨੂੰ ਬਚਾ ਸਕਦਾ ਹੈ। ਕੁਦਰਤੀ ਰੇਸ਼ੇ ਕੁਦਰਤੀ ਸਰੋਤਾਂ ਤੋਂ ਮਿਲਦੇ ਹਨ, ਪਰੰਤੂ ਸੰਸ਼ਲਿਸ਼ਟ ਰੇਸ਼ੇ ਦੂਸਰੇ ਪਦਾਰਥਾਂ ਜਿਵੇਂ ਕਿ ਰਸਾਇਣਾਂ ਤੋਂ ਤਿਆਰ ਕੀਤੇ ਜਾਂਦੇ ਹਨ। ਇਸ ਲਈ ਸੰਸ਼ਲਿਸ਼ਟ ਰੇਸ਼ੇ ਕੁਦਰਤੀ ਸਾਧਨਾਂ ਤੇ ਨਿਰਭਰ ਨਹੀਂ ਕਰਦੇ। ਇਹਨਾਂ ਦਾ ਵੱਡੇ ਪੱਧਰ ਤੇ ਨਿਰਮਾਣ ਕੁਦਰਤ ਦੇ ਭਾਗ ਨਹੀਂ ਬਣਦਾ। ਸੋ ਜੇ ਅਸੀਂ ਵੱਡੇ ਪੱਧਰ ਤੇ ਕੁਦਰਤੀ ਰੇਸ਼ਿਆਂ ਦਾ ਉਤਪਾਦਨ ਕਰਾਂਗੇ ਤਾਂ ਕਿਉਂਕਿ ਜੋ ਸਰੋਤ ਹੈ ਕੁਦਰਤ ਹੈ, ਤਾਂ ਅਸੀਂ ਉਹਨਾਂ ਨੂੰ ਬਣਾਉਣ ਦੇ ਵਿੱਚ ਕੁਦਰਤ ਨੂੰ ਨੁਕਸਾਨ ਪਹੁੰਚਾਵਾਂਗੇ, ਕੁਦਰਤ ਦੇ ਸੋਮਿਆਂ ਦੀ ਵਰਤੋਂ ਕਰਾਂਗੇ। ਪਰੰਤੂ ਜੇ ਅਸੀਂ ਸੰਸ਼ਲਿਸ਼ਟ ਰੇਸ਼ਿਆਂ ਨੂੰ ਵੱਡੇ ਪੱਧਰ ਤੇ ਬਣਾਉਂਦੇ ਹਾਂ ਤਾਂ ਇਹ ਕਿਉਂਕਿ ਕੁਦਰਤ ਤੇ ਨਿਰਭਰ ਨਹੀਂ ਕਰਦੇ, ਇਸ ਕਰਕੇ ਕੁਦਰਤ ਤੇ ਕੋਈ ਅਤਿਰਿਕਤ ਕੋਈ ਜ਼ਿਆਦਾ ਭਾਰ ਨਹੀਂ ਬਣਾਉਂਦੇ। ਇਸ ਲਈ ਸੰਸ਼ਲਿਸ਼ਟ ਰੇਸ਼ਿਆਂ ਦਾ ਉਦਯੋਗਿਕ ਨਿਰਮਾਣ ਅਸਲ ਵਿੱਚ ਜੰਗਲਾਂ ਦੇ ਸੁਰੱਖਣ ਵਿੱਚ ਸਹਾਇਕ ਹੋ ਸਕਦਾ ਹੈ। ਸੋ ਜੇ ਅਸੀਂ ਸੰਸ਼ਲਿਸ਼ਟ ਰੇਸ਼ਿਆਂ ਦੀ ਸਮਝਦਾਰੀ ਨਾਲ ਪਰੰਤੂ ਕੁਦਰਤੀ ਰੇਸ਼ਿਆਂ ਨਾਲੋਂ ਜ਼ਿਆਦਾ ਵਰਤੋਂ ਕਰਦੇ ਹਾਂ ਤਾਂ ਇਸ ਨਾਲ ਕੀ ਹੋਏਗਾ, ਵਾਤਾਵਰਣ ਵੀ ਸਾਫ਼ ਰਹੇਗਾ, ਕਿਉਂਕਿ ਵੱਧ ਤੋਂ ਵੱਧ ਜੋ ਦਰਖਤ ਹਨ, ਜੋ ਵੱਧ ਤੋਂ ਵੱਧ ਕੁਦਰਤੀ ਸੋਮੇ ਹਨ, ਉਹਨਾਂ ਨੂੰ ਬਚਾਇਆ ਜਾ ਸਕੇਗਾ ਅਤੇ ਨਾਲ ਹੀ ਜੋ ਵਾਤਾਵਰਣ ਹੈ ਉਹ ਸਾਫ਼ ਵੀ ਰਹਿ ਸਕੇਗਾ। ਸੋ ਜੋ ਅਗਲਾ ਹੈ ਇਹ ਅਭਿਆਸ ਹੈ, ਇਹ ਤੁਹਾਡੇ ਇਸ ਲੈਸਨ ਦਾ ਆਖਰੀ ਭਾਗ ਹੈ। ਇਹ ਪ੍ਰਦਰਸ਼ਿਤ ਕਰਨ ਲਈ ਇੱਕ ਕਿਰਿਆ ਦਾ ਵਰਣਨ ਕਰੋ ਕਿ ਥਰਮੋਪਲਾਸਟਿਕ ਬਿਜਲੀ ਦਾ ਕੁਚਾਲਕ ਹੈ। ਕੁਚਾਲਕ ਨੂੰ ਅੰਗਰੇਜ਼ੀ ਵਿੱਚ ਆਪਾਂ ਕੀ ਕਹਾਂਗੇ, ਤੁਹਾਨੂੰ ਯਾਦ ਹੋਣਾ ਚਾਹੀਦਾ ਹੈ, ਨੌਨ ਕੰਡਕਟਰ, ਪੂਅਰ ਕੰਡਕਟਰ ਜਾਂ ਨੌਨ ਕੰਡਕਟਰ। ਨੰਬਰ 15 ਦਾ ਜਵਾਬ ਕੁਝ ਇਸ ਤਰ੍ਹਾਂ ਬਣੇਗਾ। ਕਿਰਿਆ, ਕੁਝ ਥਰਮੋਪਲਾਸਟਿਕ ਦੀਆਂ ਵਸਤਾਂ ਲਓ, ਜਿਵੇਂ ਕਿ PVC, ਨਾਇਲਨ, ਪੋਲੀਥੀਨ ਆਦਿ। ਚਿੱਤਰ ਵਿੱਚ ਦਰਸਾਏ ਪ੍ਰਕਰਮ ਨੂੰ ਪੂਰਾ ਕਰੋ। ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ, ਸੈੱਲ ਹੈ, ਇਹ ਕੁਝ ਤਾਰ ਹੈ, ਇੱਕ ਬਲਬ ਲਿੱਤਾ ਤੇ ਇਸ ਤਾਰ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ। ਸੋ ਜੋ ਇਹ ਸਰਕਟ ਹੈ ਇਸ ਨੂੰ ਤੁਸੀਂ ਇੱਥੋਂ ਤੋੜ ਦੇਣਾ। ਵਸਤਾਂ ਨੂੰ ਦਰਸਾਏ ਗਏ ਪ੍ਰਕਰਮ ਨੂੰ ਪੂਰਾ ਕਰੋ ਅਤੇ ਟਰਮੀਨਲ A ਅਤੇ B ਵਿਚਕਾਰ ਵੱਖ-ਵੱਖ ਵਸਤਾਂ ਨੂੰ ਰੱਖੋ। ਜੇ ਬਲਬ ਜਗ ਜਾਵੇ ਤਾਂ ਸਮਝ ਲਓ ਕਿ ਟਰਮੀਨਲ A ਅਤੇ B ਵਿਚਕਾਰ ਰੱਖੀ ਵਸਤੂ ਬਿਜਲੀ ਦੀ ਸੁਚਾਲਕ ਹੈ, ਇਜ਼ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। ਭਾਵ ਜੇ ਤੁਸੀਂ ਇੱਥੇ ਕੋਈ ਚੀਜ਼ ਰੱਖਦੇ ਹੋ ਤੇ ਕਰੰਟ ਇਹਦੇ ਵਿੱਚ ਦੀ ਪਾਸ ਹੋ ਕੇ ਬਲਬ ਨੂੰ ਜਗਾ ਦਿੰਦਾ ਹੈ, ਤਾਂ ਤੁਸੀਂ ਸਮਝ ਜਾਓਗੇ ਕਿ ਇਹ ਜੋ ਵਸਤੂ ਹੈ, ਇਹ ਜੋ ਮਟੀਰੀਅਲ ਹੈ, ਇਹ ਬਿਜਲੀ ਦਾ ਸੁਚਾਲਕ ਹੈ। ਪਰੰਤੂ ਹੁਣ ਇਹ ਕਿਰਿਆ ਉੱਪਰ ਦਿੱਤੀਆਂ ਥਰਮੋਪਲਾਸਟਿਕ ਦੀਆਂ ਵਸਤਾਂ ਨਾਲ ਦੁਹਰਾਓ। ਹੁਣ ਤੁਸੀਂ ਇੱਕ ਇੱਕ ਕਰਕੇ PVC ਇੱਥੇ ਰੱਖਣਾ ਹੈ, ਨਾਇਲਨ ਦਾ ਟੁਕੜਾ ਇੱਥੇ ਰੱਖਣਾ ਹੈ ਤੇ ਪੋਲੀਥੀਨ ਨੂੰ ਇੱਥੇ ਰੱਖ ਕੇ ਦੇਖਣਾ ਹੈ। ਤੁਸੀਂ ਕੀ ਦੇਖੋਗੇ ਕਿ ਕਿਸੇ ਵੀ ਵਸਤੂ ਨਾਲ ਬਲਬ ਨਹੀਂ ਜਗਦਾ। ਇਸ ਤੋਂ ਸਿੱਧ ਹੁੰਦਾ ਹੈ ਕਿ ਥਰਮੋਪਲਾਸਟਿਕ ਜੋ ਹੈ ਬਿਜਲੀ ਦਾ ਕੁਚਾਲਕ ਹੈ। ਇਸ ਦੇ ਵਿੱਚੋਂ ਦੀ ਬਿਜਲੀ ਪਾਸ ਨਹੀਂ ਹੋ ਸਕਦੀ। ਜੇ ਪਾਸ ਹੋ ਜਾਂਦੀ, ਜੇ ਲੰਘ ਜਾਂਦੀ ਤਾਂ ਬਲਬ ਨੂੰ ਜਗਾ ਦਿੰਦੀ। ਸੋ ਇਸ ਦੇ ਨਾਲ ਹੀ ਜੋ ਇਹ ਚੈਪਟਰ ਹੈ ਸਾਡਾ ਖਤਮ ਹੁੰਦਾ ਬੱਚਿਓ। ਧੰਨਵਾਦ। ਮੈਂ ਆਸ ਕਰਦਾ ਕਿ ਤੁਸੀਂ ਚੈਪਟਰ ਨੂੰ, ਜੋ ਕਿ ਇਸ ਤੋਂ ਪਹਿਲਾ ਟਿਊਟੋਰੀਅਲ ਸੀਗਾ, ਉਹ ਤੁਸੀਂ ਅੱਛੀ ਤਰ੍ਹਾਂ ਪੜ੍ਹਿਆ ਹੋਵੇਗਾ, ਆਪਣੀਆਂ ਕਾਪੀਆਂ ਵਿੱਚ ਲਿਖਿਆ ਹੋਵੇਗਾ ਤੇ ਇਸ ਦੇ ਨਾਲ ਹੀ ਜੋ ਐਕਸਰਸਾਈਜ਼ਸ ਨੇ ਉਹਨੂੰ ਬੜੇ ਹੀ ਧਿਆਨ ਨਾਲ ਦੇਖ ਕੇ, ਸਮਝ ਕੇ ਯਾਦ ਕਰ ਲਓ। ਸੋ ਇਹਦੇ ਨਾਲ ਹੀ ਮੈਂ ਤੁਹਾਡੇ ਤੋਂ ਵਿਦਾ ਲੈਂਦਾ। ਧੰਨਵਾਦ।